ਸੋ ਸਾਰੇ ਵਿਊਅਰਸ ਦਾ ਅੱਜ ਵੀ ਸਾਡੇ ਚੈਨਲ ਜੀ ਫॉर ਗ੍ਰੈਟੀਟਿਊਡ ਤੇ ਬਹੁਤ ਸਵਾਗਤ ਹੈ। ਸੋ ਵਿਊਅਰਸ, ਅੱਜ ਵੀ ਅਸੀਂ ਹਾਜ਼ਰ ਹਾਂ ਤੁਹਾਡੇ ਵਿੱਚ ਲੈ ਕੇ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ। ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਜੋ ਤੁਹਾਨੂੰ ਪਿਛਲੇ ਲੈਸਨਸ ਵੀ ਪਿਛਲੀ ਸਟੋਰੀਜ਼ ਵੀ ਈਜ਼ੀਲੀ ਲਿਸਟ ਵਿੱਚ ਮਿਲ ਜਾਣ। ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤੇ ਹਰ ਉਸ ਜੀਵ ਨਾਲ, ਹਰ ਉਸ ਪ੍ਰਾਣੀ ਮਾਤਰ ਨਾਲ ਸ਼ੇਅਰ ਕਰਨਾ ਜਿਸ ਨੂੰ ਮੋਰਲ ਸਪੋਰਟ ਜਾਂ ਮੋਟੀਵੇਸ਼ਨ ਦੀ ਲੋੜ ਹੈ, ਤਾਂ ਜੋ ਇਹ ਕੁਝ ਨਾ ਕੁਝ ਢਾਰਸ ਹਰ ਬੰਦੇ ਨੂੰ ਦੇ ਕੇ ਇਹ ਮੈਸੇਜ ਇੱਕ ਵਾਈਡ ਸਪਰੈਡ ਹੋਵੇ। ਅੱਜ ਦੀ ਸਟੋਰੀ ਇਸ ਪ੍ਰਸ਼ਨ ਦਾ ਉੱਤਰ ਹੋਵੇਗਾ ਕਿ ਸਿਆਣਾ ਕੌਣ ਹੈ। ਦੁਨੀਆ ਵਿੱਚ ਸਭ ਤੋਂ ਸਿਆਣਾ ਮਨੁੱਖ ਕਿਸ ਨੂੰ ਕਿਹਾ ਜਾਂਦਾ ਹੈ। ਇੱਕ ਛੋਟੀ ਜਿਹੀ ਸਟੋਰੀ ਨਾਲ ਅਸੀਂ ਸ਼ੁਰੂ ਕਰਾਂਗੇ ਜਿਹੜੀ ਬਹੁਤ ਅੱਛਾ ਮੋਰਲ ਦੇ ਕੇ ਜਾਏਗੀ। ਇਹ ਸਟੋਰੀ ਇੱਕ ਕਿੰਗਡਮ ਦੀ ਹੈ, ਇੱਕ ਰਾਜ ਦੀ ਹੈ, ਜਿੱਧਰ ਇੱਕ ਰਾਜਾ ਸੀ, ਬਹੁਤ ਸਿਆਣਾ ਸੀ। ਹੀ ਵਾਸ ਅ ਵਾਈਜ਼ ਕਿੰਗ। ਬੜਾ ਸਿਆਣਾ, ਬੜਾ ਬੁੱਧੀਮਾਨ ਤੇ ਬੜਾ ਰੋਸ਼ਨ ਦਿਮਾਗ ਰਾਜਾ ਸੀ। ਉਸ ਦੀ ਪ੍ਰਜਾ ਵਿੱਚ ਸਾਰੇ ਹੀ ਬਹੁਤ ਖੁਸ਼ ਸਨ। ਇੱਕ ਦਿਨ ਉਸ ਰਾਜ ਵਿੱਚ ਇੱਕ ਮੂਰਤੀਕਾਰ ਆਉਂਦਾ ਹੈ ਤੇ ਰਾਜੇ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ 3 ਬੇहद ਖੂਬਸੂਰਤ ਮੂਰਤੀਆਂ ਬਣਾ ਕੇ ਰਾਜੇ ਦੇ ਅੱਗੇ ਰੱਖਦਾ ਹੈ। ਰਾਜਾ ਬਹੁਤ ਖੁਸ਼ ਹੁੰਦਾ ਹੈ, ਕਿਉਂ? ਜੋ ਮੂਰਤੀਆਂ ਬਹੁਤ ਹੀ ਖੂਬਸੂਰਤ ਸਨ, ਬਹੁਤ ਹੀ ਕਲਾ ਦਾ ਮੁਜੱਸਮਾ ਸੀ। ਰਾਜਾ ਮੂਰਤੀਕਾਰ ਦਾ ਸ਼ੁਕਰੀਆ ਅਦਾ ਕਰਦਾ ਹੈ ਤੇ ਕਹਿੰਦਾ ਹੈ, ਤੇਰਾ ਬਹੁਤ ਧੰਨਵਾਦ, ਤੂੰ ਇਹ 3 ਮੂਰਤੀਆਂ ਮੈਨੂੰ ਦਿੱਤੀਆਂ। ਮੂਰਤੀਕਾਰ ਕਹਿੰਦਾ ਹੈ, 1 ਮਿੰਟ, ਇਹ 3 ਮੂਰਤੀਆਂ ਤੁਹਾਡੀਆਂ ਹੋ ਸਕਦੀਆਂ ਨੇ, ਪਰ ਮੇਰੀ ਇੱਕ ਸ਼ਰਤ ਹੈ। ਸ਼ਰਤ ਇਹ ਹੈ ਕਿ 3 ਮੂਰਤੀਆਂ ਵਿੱਚੋਂ ਇੱਕ ਮੂਰਤੀ ਕੱਖ ਦੀ ਹੈ, ਭਾਵ ਕੋਈ ਕੀਮਤ ਨਹੀਂ, ਮਿੱਟੀ ਹੈ, ਤੇ ਇੱਕ ਮੂਰਤੀ ਲੱਖ ਦੀ ਹੈ, ਭਾਵ ਬੇਸ਼ਕੀਮਤੀ ਹੈ, ਤੇ ਇੱਕ ਮੂਰਤੀ ਦਾ ਕੁਝ ਮੁੱਲ ਹੈ 10,000। ਪਰ ਇੱਕ ਮੂਰਤੀ ਕੱਖ ਦੀ ਹੈ ਤੇ ਇੱਕ ਮੂਰਤੀ ਲੱਖ ਦੀ ਹੈ। ਜੇ ਮਹਾਰਾਜਾ ਸਾਹਿਬਾਨ ਤੁਸੀਂ ਦੱਸ ਦਿਓ ਕਿਹੜੀ ਮੂਰਤੀ ਕੱਖ ਦੀ ਹੈ ਤੇ ਕਿਹੜੀ ਲੱਖ ਦੀ ਹੈ, ਤਾਂ ਇਹ 3 ਮੂਰਤੀਆਂ ਤੁਹਾਡੀਆਂ ਹੋ ਜਾਣਗੀਆਂ, ਨਹੀਂ ਤਾਂ ਤੁਹਾਨੂੰ ਮੈਨੂੰ ਅੱਧਾ ਰਾਜ ਦੇਣਾ ਪਏਗਾ। ਜੇ ਸ਼ਰਤ ਮਨਜ਼ੂਰ ਹੈ ਤਾਂ ਇਹ ਮੂਰਤੀਆਂ ਆਪਣੇ ਕੋਲ ਰੱਖੋ, ਨਹੀਂ ਤਾਂ ਮੈਨੂੰ ਵਾਪਸ ਦਿਓ ਤੇ ਮੈਂ ਇਹਨਾਂ ਨੂੰ ਆਪਣੇ ਕੋਲ ਹੀ ਰੱਖ ਲਾਂਗਾ। ਹੁਣ ਰਾਜੇ ਦੀ ਇੱਜ਼ਤ ਤੇ ਗੱਲ ਆ ਬਣੀ। ਰਾਜੇ ਨੇ ਕਿਹਾ, ਨਹੀਂ, ਤੂੰ ਮੂਰਤੀਆਂ ਮੇਰੇ ਕੋਲ ਹੀ ਰਹਿਣ ਦੇ ਤੇ ਮੈਂ ਤੈਨੂੰ ਦੱਸ ਦੇਵਾਂਗਾ ਕਿ ਕਿਹੜੀ ਕੱਖ ਦੀ ਹੈ ਤੇ ਕਿਹੜੀ ਲੱਖ ਦੀ। ਜਿਵੇਂ ਮੈਂ ਦੱਸਿਆ, ਅੱਜ ਅਸੀਂ ਸਟੋਰੀ ਸੁਣਾਂਗੇ ਇੱਕ ਸਿਆਣੇ ਪੁਰਖ ਬਾਰੇ ਕਿ ਸਿਆਣਾ ਕਿਸ ਨੂੰ ਕਹਿ ਸਕਦੇ ਆ। ਸਭ ਤੋਂ ਸਿਆਣਾ, ਸਭ ਤੋਂ ਰੋਸ਼ਨ ਦਿਮਾਗ ਕਿਸ ਨੂੰ ਸਮਝਿਆ ਜਾਏ। ਇਹ ਸਟੋਰੀ ਇਸੇ ਪ੍ਰਸ਼ਨ ਦਾ ਉੱਤਰ ਹੈ। ਸੋ ਰਾਜੇ ਨੇ ਬਹੁਤ ਧਿਆਨ ਨਾਲ ਮੂਰਤੀਆਂ ਦਾ ਨਿਰੀਖਣ ਕੀਤਾ ਤੇ ਰਾਜਾ ਇਹ ਦੇਖ ਕੇ ਹੈਰਾਨ ਹੋ ਗਿਆ ਕਿ 3 ਮੂਰਤੀਆਂ ਹੂ-ਬਹੂ ਇੱਕੋ ਜਿਹੀਆਂ ਸਨ, ਰੱਤਾ ਜਿੰਨਾ ਵੀ ਫਰਕ ਨਹੀਂ। ਤੇ ਰਾਜੇ ਨੂੰ ਸਮਝ ਨਾ ਆਵੇ। ਹੁਣ ਗੱਲ ਵੀ ਇੱਜ਼ਤ ਤੇ ਬਣ ਗਈ ਕਿ 3 ਮੂਰਤੀਆਂ ਨੂੰ ਦੱਸਾਂ ਕਿਵੇਂ ਪਤਾ ਚੱਲੇ ਕਿ ਕਿਹੜੀ ਕੱਖ ਦੀ ਹੈ ਤੇ ਕਿਹੜੀ ਲੱਖ ਦੀ। ਹੁਣ ਰਾਜੇ ਨੇ ਆਪਣੇ ਸਾਰੇ ਮੰਤਰੀਆਂ ਨੂੰ ਸੱਦਿਆ, ਸਾਰਿਆਂ ਨੂੰ ਕਿਹਾ, ਨਿਰੀਖਣ ਕਰੋ ਤੇ ਮੈਨੂੰ ਦੱਸੋ ਮੂਰਤੀਆਂ ਵਿੱਚ ਕੀ ਫਰਕ ਹੈ। ਸਾਰਿਆਂ ਨੇ ਦੇਖਿਆ, ਪਰ ਅਫਸੋਸ ਕਿਸੇ ਨੂੰ ਵੀ ਸਮਝ ਨਾ ਲੱਗੀ ਕਿ ਮੂਰਤੀ ਕਿਹੜੀ ਲੱਖ ਦੀ ਹੈ ਤੇ ਕਿਹੜੀ ਕੱਖ ਦੀ। ਹੁਣ ਰਾਜਾ ਹਾਰ ਮੰਨਣ ਵਾਲਾ ਸੀ, ਪਰ ਉਸਨੂੰ ਚੇਤੇ ਆਇਆ ਕਿ ਪਿੰਡ ਵਿੱਚ ਇੱਕ ਬਹੁਤ ਸਿਆਣੇ ਬਜ਼ੁਰਗ ਹਨ, ਕਿਉਂ ਨਾ ਉਹਨਾਂ ਦੀ ਰਾਏ ਲਈ ਜਾਏ। ਰਾਜੇ ਨੇ ਬਜ਼ੁਰਗਾਂ ਨੂੰ ਨਿਯੋਤਾ ਦਿੱਤਾ। ਬਜ਼ੁਰਗ ਰਾਜ ਮਹਿਲ ਵਿੱਚ ਆਏ ਤੇ ਰਾਜੇ ਨੂੰ ਕਹਿੰਦੇ ਨੇ, ਦੱਸ ਬਈ, ਅੱਜ ਮੈਨੂੰ ਕਿਵੇਂ ਯਾਦ ਕੀਤਾ ਹੈ? ਰਾਜਾ ਕਹਿੰਦਾ, ਬਜ਼ੁਰਗੋ, ਮੇਰੀ ਇੱਜ਼ਤ ਤੇ ਬਣ ਆਈ ਹੈ। ਜੇ ਅੱਜ ਤੁਸੀਂ ਸਵਾਲ ਦਾ ਜਵਾਬ ਦੱਸ ਦਿਓ ਤੇ ਅੱਧਾ ਰਾਜ ਮੈਂ ਤੁਹਾਨੂੰ ਦੇ ਦਾਂਗਾ, ਪਰ ਜਿਹੜਾ ਮੂਰਤੀਕਾਰ ਮੇਰੇ ਤੋਂ ਰਾਜ ਲੈਣ ਦੀ ਗੱਲ ਕਰਦਾ ਹੈ, ਮੈਨੂੰ ਉਹ ਪਸੰਦ ਨਹੀਂ। ਕਿਉਂ? ਜੋ ਸਾਰੇ ਆਲੇ ਦੁਆਲੇ ਦੇ ਰਾਜਾਂ ਵਿੱਚ ਮੇਰੀ ਬੇਇੱਜ਼ਤੀ ਹੋਏਗੀ ਕਿ ਰਾਜਾ ਇੱਕ ਸਵਾਲ ਦਾ ਜਵਾਬ ਨਹੀਂ ਦੇ ਪਾਇਆ। ਬਜ਼ੁਰਗ ਪੁੱਛਦੇ ਨੇ, ਐਸਾ ਕਿਹੜਾ ਸਵਾਲ ਹੈ ਰਾਜਾ ਜੀ ਜਿਹੜਾ ਤੁਹਾਨੂੰ ਵੀ ਨਹੀਂ ਪਤਾ? ਰਾਜਾ ਬਜ਼ੁਰਗਾਂ ਦੇ ਅੱਗੇ 3 ਮੂਰਤੀਆਂ ਰੱਖ ਦਿੰਦਾ ਤੇ ਕਹਿੰਦਾ, ਬਜ਼ੁਰਗੋ, ਇਹ 3 ਮੂਰਤੀਆਂ ਵਿੱਚੋਂ ਇੱਕ ਮੂਰਤੀ ਕੱਖ ਦੀ ਹੈ ਤੇ ਇੱਕ ਮੂਰਤੀ ਲੱਖ ਦੀ। ਤੇ ਮੂਰਤੀਕਾਰ ਕਹਿੰਦਾ ਕਿ ਸਾਨੂੰ ਫਰਕ ਦੱਸਣਾ ਹੈ, ਕਿਹੜੀ ਮੂਰਤੀ ਦੀ ਕਿੰਨੀ ਕੀਮਤ ਹੈ।
ਬਜ਼ੁਰਗ ਖਿੜਖਿੜਾ ਕੇ ਹੱਸ ਪੈਂਦੇ ਨੇ ਕਿ ਤੇਰੇ ਕੋਲ ਤਾਂ ਇੰਨੇ ਵੱਡੇ ਮੰਤਰੀ, ਇੰਨੇ ਸਿਆਣੇ ਸੈਨਾਪਤੀ ਤੇ ਬੜੇ ਚਤੁਰ ਤੇ ਦਿਮਾਗਦਾਰ ਤੇਰੇ ਕੋਲ ਪੋਲੀਟੀਸ਼ੀਅਨਸ ਭਾਵ ਰਾਜਨੀਤਕ ਹਨ, ਉਹਨਾਂ ਤੋਂ ਕਿਉਂ ਨਹੀਂ ਪੁੱਛ ਲੈਂਦਾ, ਮੈਨੂੰ ਸੱਦਿਆ ਹੀ। ਰਾਜੇ ਨੇ ਹੱਥ ਬੰਨੇ ਤੇ ਕਿਹਾ, ਬਜ਼ੁਰਗੋ ਇਹਨਾਂ ਮੂਰਤੀਆਂ ਅੱਗੇ ਤੇ ਸਾਰੇ ਹੀ ਫੇਲ ਹੋ ਗਏ ਨੇ, ਸਾਰਿਆਂ ਦੀ ਕਲਾ ਠੱਪ ਪੈ ਗਈ ਹੈ, ਬੰਦ ਹੋ ਗਏ ਸਾਰੇ ਦੇ ਦਿਮਾਗ, ਤੁਸੀਂ ਮਿਹਰ ਕਰੋ ਤੇ ਤੁਸੀਂ ਦੱਸੋ। ਬਜ਼ੁਰਗ ਹੱਸ ਕੇ ਜਵਾਬ ਦਿੰਦੇ ਨੇ, ਰਾਜਾ ਇਹ ਤੇ ਬੜੀ ਸੌਖੀ ਜੀ ਖੇਡ ਹੈ, ਇਹ ਤੇ 1 ਮਿੰਟ ਵਿੱਚ ਪਤਾ ਚੱਲ ਜਾਏਗਾ ਕਿਹੜੀ ਮੂਰਤੀ ਕੱਖ ਦੀ ਹੈ ਤੇ ਕਿਹੜੀ ਲੱਖ ਦੀ। ਰਾਜਾ ਹੈਰਾਨ ਹੁੰਦਾ ਹੈ, ਜਿਹੜੀ ਗੱਲ ਮੇਰੇ ਸੈਨਾਪਤੀ, ਮੰਤਰੀ ਤੇ ਰਾਜਨੇਤਾ ਇਤਨੇ ਚਿਰ ਤੋਂ ਨਾ ਸਮਝ ਸਕੇ ਤੇ ਇਹ ਕਹਿੰਦਾ 1 ਮਿੰਟ ਵਿੱਚ ਸਮਝ ਜਾਏਗਾ। ਕਹਿੰਦਾ ਸਿਆਣ ਹਾਂ ਫਿਰ, ਠੀਕ ਹੈ ਬਜ਼ੁਰਗੋ ਤੁਸੀਂ ਪਛਾਣੋ, ਦੱਸੋ। ਤੇ ਬਜ਼ੁਰਗ ਕਹਿੰਦੇ ਝਾੜੂ ਦਾ ਇੱਕ ਤੀਲਾ ਮੰਗਾਓ। ਝਾੜੂ ਦਾ ਤੀਲਾ ਆ ਜਾਂਦਾ ਹੈ। ਬਜ਼ੁਰਗ ਝਾੜੂ ਦਾ ਤੀਲਾ ਲੈ ਕੇ ਇੱਕ ਮੂਰਤੀ ਦੇ ਕੋਲ ਜਾਂਦੇ ਨੇ ਤੇ ਉਸ ਮੂਰਤੀ ਦੇ ਕੰਨ ਵਿੱਚ ਤੀਲਾ ਪਾਉਂਦੇ ਨੇ। ਜਦੋਂ ਤੀਲਾ ਕੰਨ ਵਿੱਚ ਪਾਉਂਦੇ ਨੇ ਸਾਰੇ ਹੈਰਾਨ ਹੋ ਜਾਂਦੇ ਨੇ, ਇਹ ਕਿਹੜਾ ਤਰੀਕਾ ਹੈ ਮੂਰਤੀ ਪਰਖਣ ਦਾ। ਤੇ ਉਹ ਦੇਖਦੇ ਨੇ ਕਿ ਉਹ ਤੀਲਾ ਮੂਰਤੀ ਦੇ ਕੰਨ ਚੋਂ ਗੁਜ਼ਰਦਾ ਹੋਇਆ ਉਸਦੇ ਦੂਸਰੇ ਕੰਨ ਚੋਂ ਬਾਹਰ ਆ ਜਾਂਦਾ ਹੈ। ਹੁਣ ਬਜ਼ੁਰਗ ਦੂਸਰੀ ਮੂਰਤੀ ਕੋਲ ਜਾਂਦੇ ਨੇ, ਉਸਦੇ ਵੀ ਇੱਕ ਕੰਨ 'ਚ ਤੀਲਾ ਪਾਉਂਦੇ ਨੇ। ਹੁਣ ਉਹ ਤੀਲਾ ਉਸਦੇ ਇੱਕ ਕੰਨ 'ਚੋਂ ਗੁਜ਼ਰਦਾ ਹੋਇਆ ਦੂਸਰੇ ਕੰਨ 'ਚੋਂ ਬਾਹਰ ਨਹੀਂ ਆਉਂਦਾ, ਹੁਣ ਉਹ ਤੀਲਾ ਕੰਨ 'ਚੋਂ ਗੁਜ਼ਰਦਾ ਹੋਇਆ ਮੂੰਹ 'ਚੋਂ ਬਾਹਰ ਆ ਜਾਂਦਾ ਹੈ। ਬਜ਼ੁਰਗ ਤੀਲਾ ਕੱਢਦੇ ਨੇ ਤੇ ਤੀਸਰੀ ਮੂਰਤੀ ਵੱਲ ਰੁਖ ਕਰਦੇ ਨੇ, ਤੀਸਰੀ ਮੂਰਤੀ ਕੋਲ ਜਾਂਦੇ ਨੇ। ਤੀਸਰੀ ਮੂਰਤੀ ਕੋਲ ਜਾ ਕੇ ਵੀ ਬਜ਼ੁਰਗ ਠੀਕ ਉਸੇ ਤਰ੍ਹਾਂ ਕਰਦੇ ਹਨ, ਇੱਕ ਕੰਨ ਵਿੱਚ ਤੀਲਾ ਪਾਉਂਦੇ ਨੇ। ਹੁਣ ਉਹ ਤੀਲਾ ਕੰਨ 'ਚੋਂ ਬਾਹਰ ਨਹੀਂ ਆਇਆ, ਮੂੰਹ 'ਚੋਂ ਬਾਹਰ ਵੀ ਨਹੀਂ ਆਇਆ ਔਰ ਨਾ ਹੀ ਕਿਸੇ ਹੋਰ ਪਾਸਿਓਂ ਬਾਹਰ ਆਇਆ, ਉਹ ਤੀਲਾ ਅੰਦਰ ਹੀ ਚਲਾ ਗਿਆ। ਮੁਸਕਰਾ ਕੇ ਬਜ਼ੁਰਗਾਂ ਨੇ ਕਿਹਾ, ਰਾਜਾ ਜਨਾਬ ਬੁਲਾ ਲਿਆ ਜਾਏ ਮੂਰਤੀਕਾਰ ਨੂੰ, ਮੈਂ ਪਛਾਣ ਲਿਆ ਕਿਹੜੀ ਮੂਰਤੀ ਲੱਖ ਦੀ ਹੈ ਤੇ ਕਿਹੜੀ ਕੱਖ ਦੀ। ਰਾਜਾ ਹੈਰਾਨ ਹੁੰਦਾ, ਇੱਕ ਤੀਲੇ ਨਾਲ ਕਿਵੇਂ ਪਛਾਣ ਲਿਆ। ਖੈਰ ਮੂਰਤੀਕਾਰ ਨੂੰ ਸੱਦਿਆ ਜਾਂਦਾ ਹੈ, ਉਸਨੂੰ ਬੁਲਾਇਆ ਜਾਂਦਾ ਹੈ ਤੇ ਉਸਨੂੰ ਕਹਿੰਦੇ ਹਨ ਕਿ ਅਸੀਂ ਪਛਾਣ ਲਿਆ ਕਿਹੜੀ ਮੂਰਤੀ ਲੱਖ ਦੀ ਹੈ ਤੇ ਕਿਹੜੀ ਕੱਖ ਦੀ ਹੈ। ਮੂਰਤੀਕਾਰ ਕਹਿੰਦਾ ਦੱਸੋ। ਬਜ਼ੁਰਗ ਜਵਾਬ ਦਿੰਦੇ ਹਨ, ਪਹਿਲੀ ਮੂਰਤੀ ਜਿਸ ਦੇ ਕੰਨ 'ਚ ਤੀਲਾ ਪਾਇਆ ਦੂਸਰੇ ਕੰਨ 'ਚੋਂ ਬਾਹਰ ਨਿਕਲ ਗਿਆ, ਇਸ ਮੂਰਤੀ ਦੀ ਕੋਈ ਕੀਮਤ ਨਹੀਂ, ਭਾਵ ਇਹ ਮੂਰਤੀ ਕੱਖ ਦੀ ਹੈ, ਇਹ ਕੋਈ ਮੁੱਲ ਨਹੀਂ ਦੇਗੀ, ਮਿੱਟੀ ਹੈ। ਤੇ ਬਜ਼ੁਰਗ ਕਹਿੰਦੇ ਹਨ ਦੂਜੀ ਮੂਰਤੀ ਜਿਸ ਦੇ ਮੈਂ ਕੰਨ 'ਚ ਤੀਲਾ ਪਾਇਆ ਤੇ ਤੀਲਾ ਮੂੰਹ ਤੋਂ ਬਾਹਰ ਆ ਗਿਆ, ਇਸ ਮੂਰਤੀ ਦੀ ਕੋਈ ਕੀਮਤ ਹੈ। ਅਤੇ ਤੀਸਰੀ ਮੂਰਤੀ ਜਿਸ ਦੇ ਕੰਨ 'ਚ ਤੀਲਾ ਪਾਇਆ ਤੇ ਉਹ ਹਿਰਦੇ 'ਚ ਰਹਿ ਗਿਆ, ਭਾਵ ਤੀਲਾ ਬਾਹਰ ਆਇਆ ਹੀ ਨਹੀਂ। ਬਜ਼ੁਰਗ ਕਹਿੰਦੇ ਨੇ ਇਹ ਮੂਰਤੀ ਲੱਖ ਦੀ ਹੈ। ਮੂਰਤੀਕਾਰ ਹੈਰਾਨ ਹੋ ਜਾਂਦਾ ਹੈ ਤੇ ਬਜ਼ੁਰਗਾਂ ਦੀ ਪੈਰੀ ਪੈ ਕੇ ਕਹਿੰਦਾ ਹੈ, ਕਮਾਲ, ਬੇਮਿਸਾਲ, ਤੁਸੀਂ ਤਾਂ ਮੈਨੂੰ ਹੈਰਾਨ ਕਰ ਦਿੱਤਾ ਹੈ, ਵਾਕਈ ਤੁਸੀਂ ਠੀਕ ਕਿਹਾ। ਤੇ ਉਹ ਤਿੰਨੋਂ ਮੂਰਤੀਆਂ ਰਾਜੇ ਨੂੰ ਦੇ ਕੇ ਤੇ ਚਲੇ ਜਾਂਦਾ ਹੈ। ਹੁਣ ਰਾਜਾ ਬਜ਼ੁਰਗਾਂ ਨੂੰ ਪੁੱਛਦਾ ਹੈ, ਬਜ਼ੁਰਗੋ ਜਵਾਬ ਤੇ ਤੁਸੀਂ ਸਹੀ ਦਿੱਤੇ, ਪਰ ਮੇਰੇ ਤੇ ਵੀ ਮਿਹਰ ਕਰੋ, ਮੈਨੂੰ ਸਮਝ ਨਹੀਂ ਆਈ ਇਹ ਮੂਰਤੀ ਕੱਖ ਦੀ ਕਿਵੇਂ ਹੋਈ ਤੇ ਉਹ ਮੂਰਤੀ ਲੱਖ ਦੀ ਕਿਵੇਂ ਹੋਈ। ਬਜ਼ੁਰਗ ਮੁਸਕਰਾਉਂਦੇ ਨੇ ਤੇ ਕਹਿੰਦੇ ਨੇ, ਮਹਾਰਾਜਾ ਜਨਾਬ ਤੁਸੀਂ ਮੈਨੂੰ ਦੱਸੋ, ਜੇ ਤੁਸੀਂ ਹੁਕਮ ਕਰੋ ਪ੍ਰਜਾ ਨੂੰ ਕੁਝ ਕਿ ਪ੍ਰਜਾ ਨੇ ਇਹ ਕੰਮ ਕਰਨਾ ਹੈ ਤੇ ਪ੍ਰਜਾ ਉਸ ਕੰਮ ਨੂੰ ਅਣਸੁਣਾ ਕਰ ਦੇ, ਭਾਵ ਇੱਕ ਕੰਨ ਤੋਂ ਸੁਣੇ ਤੇ ਦੂਸਰੇ ਤੋਂ ਕੱਢ ਦੇਵੇ, ਤੁਹਾਨੂੰ ਕੀ ਉਹ ਪ੍ਰਜਾ ਮਨਜ਼ੂਰ ਹੋਵੇਗੀ? ਕੀ ਤੁਸੀਂ ਚਾਹੋਗੇ ਇਸ ਤਰ੍ਹਾਂ ਦੇ ਲੋਕ ਤੁਹਾਡੇ ਕੋਲ ਹੋਣ? ਰਾਜੇ ਨੇ ਕਿਹਾ, ਬਿਲਕੁਲ ਵੀ ਨਹੀਂ, ਐਸੇ ਲੋਕ ਤੇ ਨਕਾਰੇ ਤੇ ਨਿਕੰਮੇ ਹਨ ਜਿਨ੍ਹਾਂ ਨੂੰ ਗੱਲ ਦਾ ਕੋਈ ਅਸਰ ਹੀ ਨਾ ਹੋਇਆ, ਇੱਕ ਕੰਨ ਤੋਂ ਸੁਣਿਆ ਤੇ ਦੂਸਰੇ ਤੋਂ ਕੱਢ ਦਿੱਤਾ, ਮੈਂ ਐਸੀ ਪ੍ਰਜਾ ਨਹੀਂ ਚਾਹਾਂਗਾ। ਬਜ਼ੁਰਗਾਂ ਨੇ ਕਿਹਾ, ਇਹ ਮੂਰਤੀ ਉਸੇ ਤਰ੍ਹਾਂ ਦੀ ਹੈ, ਇੱਕ ਕੰਨ ਤੋਂ ਸੁਣਿਆ ਤੇ ਦੂਸਰੇ ਤੋਂ ਕੱਢ ਦਿੱਤਾ ਤੇ ਇਸ ਮੂਰਤੀ ਦੀ ਕੋਈ ਕੀਮਤ ਨਹੀਂ, ਭਾਵ ਇਹ ਮੂਰਤੀ ਕੱਖ ਦੀ ਹੈ। ਰਾਜਾ ਹੈਰਾਨ ਹੋਇਆ ਤੇ ਸਮਝ ਗਿਆ। ਫਿਰ ਦੂਸਰੀ ਮੂਰਤੀ ਬਜ਼ੁਰਗੋ। ਬਜ਼ੁਰਗਾਂ ਨੇ ਕਿਹਾ, ਅੱਛਾ ਮਹਾਰਾਜਾ, ਹੁਣ ਤੁਸੀਂ ਮੈਨੂੰ ਦੱਸੋ, ਤੁਸੀਂ ਕੁਝ ਹੁਕਮ ਕੀਤਾ, ਪ੍ਰਜਾ ਨੇ ਸੁਣਿਆ ਤੇ ਜਿਸ ਬੰਦੇ ਨੇ ਹੁਕਮ ਸੁਣਿਆ ਉਸਨੇ ਅੱਗੇ ਵੀ ਆਪਣੇ ਦੋਸਤ, ਮਿੱਤਰ, ਰਿਸ਼ਤੇਦਾਰਾਂ ਨੂੰ ਉਹ ਹੁਕਮ ਸੁਣਾ ਦਿੱਤਾ
ਪਰ ਆਪ ਉਸ ਨੂੰ ਮੰਨਿਆ ਨਹੀਂ। ਕੀ ਤੁਸੀਂ ਐਸੀ ਪ੍ਰਜਾ ਚਾਹੋਗੇ? ਰਾਜੇ ਨੇ ਜਵਾਬ ਦਿੱਤਾ, ਉਹ ਬੰਦਾ ਤਾਂ ਕਿਸੇ ਕੰਮ ਦਾ ਨਹੀਂ, ਪਰ ਉਸਨੇ ਮੇਰਾ ਹੁਕਮ ਹੋਰਾਂ ਤੱਕ ਪਹੁੰਚਾ ਦਿੱਤਾ ਹੈ। ਕੀ ਪਤਾ ਜਿਨ੍ਹਾਂ ਤੱਕ ਪਹੁੰਚਾਇਆ ਹੈ ਉਹ ਮੇਰਾ ਹੁਕਮ ਮੰਨ ਲੈਣ, ਤੇ ਐਸੇ ਬੰਦੇ ਪ੍ਰਜਾ ਵਿੱਚ ਹੋਣੇ ਹੀ ਚਾਹੀਦੇ ਹਨ। ਚਲੋ ਕਿਸੇ ਜ਼ਿਆਦਾ ਕੰਮ ਦੇ ਤਾਂ ਨਹੀਂ, ਪਰ ਘੱਟੋ ਘੱਟ ਮੇਰਾ ਹੁਕਮ ਤਾਂ ਪ੍ਰਚਾਰ ਕਰ ਰਹੇ ਹਨ, ਸੋ ਮੈਨੂੰ ਐਸੇ ਬੰਦੇ ਪ੍ਰਵਾਨ ਹੋਣਗੇ। ਤੇ ਬਜ਼ੁਰਗਾਂ ਨੇ ਕਿਹਾ, ਇਹ ਦੂਸਰੀ ਮੂਰਤੀ ਇਸੇ ਤਰ੍ਹਾਂ ਸੀ। ਇਸਨੇ ਸੁਣਿਆ ਤੇ ਮੂੰਹ ਤੋਂ ਦੂਸਰਿਆਂ ਨੂੰ ਸੁਣਾਇਆ, ਪਰ ਆਪ ਉਸ ਤੇ ਅਮਲ ਨਹੀਂ ਕੀਤਾ। ਤੇ ਤੀਸਰੀ ਮੂਰਤੀ, ਹੁਣ ਤਾਂ ਰਾਜਾ ਸਮਝ ਹੀ ਗਿਆ ਸੀ ਕਿ ਤੀਸਰੀ ਮੂਰਤੀ ਦੇ ਜਦੋਂ ਕੰਨਾਂ 'ਚ ਤੀਲਾ ਪਿਆ, ਉਹ ਰਾਜੇ ਦਾ ਜਦੋਂ ਹੁਕਮ ਕੰਨਾਂ 'ਚ ਪਿਆ ਤੇ ਉਸਨੇ ਹਿਰਦੇ 'ਚ ਵਸਾ ਲਿਆ, ਭਾਵ ਮੰਨ ਲਿਆ। ਹੁਣ ਵਿਊਅਰਸ, ਇਹ ਸਿਰਫ ਰਾਜੇ ਦੇ ਹੁਕਮ ਦੀ ਗੱਲ ਨਹੀਂ ਹੈ। ਅਸੀਂ ਜੇ ਗੁਰੂ ਸਾਹਿਬ ਦੀ ਬਾਣੀ ਸੁਣਦੇ ਹਾਂ ਤੇ ਦੂਸਰੇ ਕੰਨ ਤੋਂ ਕੱਢ ਦਈਏ ਕਿ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਹੈ, ਤੇ ਸਾਡਾ ਉਹ ਹੁਕਮ ਸੁਣਨਾ ਵਿਅਰਥ ਹੋਵੇਗਾ। ਉਦੋਂ ਬਾਣੀ ਸਾਨੂੰ ਸੁੱਖ ਨਹੀਂ ਦੇਗੀ, ਕਿਉਂਕਿ ਅਸੀਂ ਇੱਕ ਕੰਨ ਤੋਂ ਸੁਣੀ ਤੇ ਦੂਸਰੇ ਕੰਨ ਚੋਂ ਬਾਹਰ ਕੱਢ ਦਿੱਤੀ। ਦੂਸਰਾ, ਅਸੀਂ ਗੁਰਦੁਆਰੇ ਸਾਹਿਬ ਤੋਂ ਕੁਝ ਸੁਣ ਕੇ ਆਏ, ਕੁਝ ਚੰਗਾ ਲੱਗਿਆ ਤੇ ਆ ਕੇ ਘਰਦਿਆਂ ਨੂੰ ਸੁਣਾ ਦਿੱਤਾ, ਬੱਚਿਆਂ ਨੂੰ ਸੁਣਾ ਦਿੱਤਾ, ਪਰਿਵਾਰ ਨੂੰ ਸੁਣਾ ਦਿੱਤਾ। ਕੀ ਪਤਾ ਘਰ ਵਾਲਿਆਂ ਵਿੱਚੋਂ ਕੋਈ ਸੁਧਰ ਜਾਏ, ਪਰ ਮੈਂ ਉਹ ਗੱਲ ਆਈ ਗਈ ਕੀਤੀ, ਆਪਣੇ ਤੇ ਲਾਗੂ ਨਾ ਕੀਤੀ, ਤੇ ਮੇਰਾ ਆਪਣੇ ਤੇ ਕੁਝ ਫਾਇਦਾ ਨਹੀਂ ਹੋਏਗਾ, ਪਰ ਕੀ ਪਤਾ ਮੈਂ ਹੋਰਾਂ ਦਾ ਫਾਇਦਾ ਕਰ ਜਾਵਾਂ। ਤੇ ਤੀਸਰਾ, ਜੇ ਮੈਂ ਕੁਝ ਵਾਹਿਗੁਰੂ ਦੀ ਬਾਣੀ ਸੁਣ ਕੇ ਆਇਆ, ਕਿਸੇ ਨੂੰ ਸੁਣਾ ਵੀ ਦਿੱਤੀ ਤੇ ਨਾਲ ਹਿਰਦੇ 'ਚ ਵੀ ਵਸਾ ਲਈ, ਤੇ ਫਿਰ ਐਸੇ ਬੰਦੇ ਦਾ ਬਹੁਤ ਫਾਇਦਾ ਹੈ। ਐਸਾ ਬੰਦਾ ਗੁਰਸਿੱਖ ਬਣ ਸਕਦਾ ਹੈ। ਕਿਉਂ? ਜੋ ਉਸਨੇ ਵਾਹਿਗੁਰੂ ਦੇ ਹੁਕਮ ਆਪਣੇ ਹਿਰਦੇ 'ਚ ਵਸਾ ਲੈਣ। ਜਦੋਂ ਵਾਹਿਗੁਰੂ ਸਾਨੂੰ ਕਹਿੰਦੇ ਨੇ ਕਿ ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇ ਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਵੇ ਹੋ। ਅਸੀਂ ਇਹ ਹੁਕਮ ਸਿਰਫ ਹੋਰਾਂ ਨੂੰ ਸੁਣਾਇਆ ਨਹੀਂ, ਕੰਨਾਂ ਤੋਂ ਬਾਹਰ ਨਹੀਂ ਕੀਤਾ। ਜਦੋਂ ਅੰਦਰ ਵਸਾ ਲਿਆ ਤੇ ਵਾਹਿਗੁਰੂ ਨਾਲ ਇਕਮਿਕ ਰੂਪ ਹੋ ਸਕਦੇ ਹਾਂ, ਜਿਹੜਾ ਪ੍ਰਾਣੀ ਮਾਤਰ ਦਾ ਲਾਭ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕੀਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਵਿਊਅਰਸ, ਹੁਣ ਅਸੀਂ ਡਿਸਾਈਡ ਕਰਨਾ ਹੈ ਕਿ ਅਸੀਂ ਕਿਹੜੀ ਮੂਰਤੀ ਦੀ ਕੈਟੇਗਰੀ 'ਚ ਆ ਰਹੇ ਹਾਂ। ਹੁਕਮ ਸੁਣ ਕੇ ਬਾਹਰ ਕੱਢਣ ਦੀ, ਹੁਕਮ ਸੁਣ ਕੇ ਕਿਸੇ ਨੂੰ ਸੁਣਾਉਣ ਦੀ, ਜਾਂ ਹੁਕਮ ਸੁਣ ਕੇ ਅੰਦਰ ਵਸਾਉਣ ਦੀ। ਖੇਡ ਸਮਝ ਲਈਏ ਗੁਰਬਾਣੀ ਤੋਂ ਕਿ ਲਾਹਾ ਕਿਸ ਨੂੰ ਮਿਲੇਗਾ। ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਵਾਹਿਗੁਰੂ ਦਾ ਹੁਕਮ ਸੁਣ ਕੇ ਉਸ ਨੂੰ ਮੰਨ ਲੈਣ ਵਿੱਚ ਜੋ ਸੁੱਖ, ਜੋ ਆਨੰਦ ਵਾਹਿਗੁਰੂ ਸਾਨੂੰ ਦੇਣਗੇ, ਉਹ ਹੋਰ ਕਿਸੇ ਚੀਜ਼ ਵਿੱਚ ਵੀ ਨਹੀਂ ਹੈ। ਜਿਵੇਂ ਅਸੀਂ ਸੁਣਿਆ ਹੋਇਆ ਹੈ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸੋ ਅਸੀਂ ਵੀ ਕੋਸ਼ਿਸ਼ ਕਰੀਏ ਤੀਸਰੀ ਮੂਰਤੀ ਵਾਂਗ ਬਣਨ ਦੀ, ਤਾਂ ਜੋ ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ, ਵਾਹਿਗੁਰੂ ਦੀ ਦਰਗਾਹ ਵਿੱਚ ਮਨਜ਼ੂਰ ਹੋ ਸਕੀਏ, ਵਾਹਿਗੁਰੂ ਨੂੰ ਕਬੂਲ ਹੋ ਸਕੀਏ। ਬਾਣੀ ਦਾ ਫਰਮਾਨ ਨੂੰ ਸਦਾ ਚੇਤੇ ਰੱਖੀਏ। ਆਪ ਜਪੈ ਅਵਰੈ ਨਾਮ ਜਪਾਵੈ, ਨਾਨਕ ਉਹ ਬੈਸਨੋ ਪਰਮਗਤ ਪਾਵੈ। ਆਪ ਵੀ ਜਪੀਏ ਨਾਮ ਤੇ ਹੋਰਾਂ ਨੂੰ ਵੀ ਜਪਾਈਏ। ਆਪ ਸੁਣੀਏ, ਹੋਰਾਂ ਨੂੰ ਦਸੀਏ, ਪਰ ਆਪਣੇ ਹਿਰਦੇ 'ਚ ਵਸਾਈਏ। ਹੁਣ ਅਸੀਂ ਇਹ ਨਾ ਸੋਚੀਏ ਕਿ ਫਲਾਣੇ ਕੋਲ ਤੇ ਬਈ ਬਹੁਤ ਦਿਮਾਗ ਹੈ, ਉਹ ਬਾਣੀ ਨੂੰ ਜ਼ਿਆਦਾ ਅੱਛੀ ਤਰ੍ਹਾਂ ਸਮਝ ਸਕਦਾ ਹੈ, ਤਾਂ ਕਰਕੇ ਉਹ ਅੱਛਾ ਇਨਸਾਨ ਹੈ। ਮੈਨੂੰ ਇੱਕ ਗੱਲ ਯਾਦ ਆਈ। ਫਰਾਂਸ ਦਾ ਫਿਲਾਸਫਰ ਸੀ ਬਲੇਜ਼ ਪਾਸਕਲ। ਬਲੇਜ਼ ਪਾਸਕਲ ਜਿਹੜਾ ਕਿ ਬਹੁਤ ਹੀ ਮਹਾਨ ਫਿਲਾਸਫਰ ਹੋਇਆ ਹੈ, ਸਾਨੂੰ ਸਾਰਿਆਂ ਨੂੰ ਨਾਮ ਵੀ ਪਤਾ ਹੈ। ਬਲੇਜ਼ ਪਾਸਕਲ ਕੋਲ ਇੱਕ ਦਿਨ ਇੱਕ ਆਦਮੀ ਆਂਦਾ ਹੈ ਤੇ ਉਸਨੂੰ ਕਹਿੰਦਾ ਹੈ, ਜੇ ਮੇਰੇ ਕੋਲ ਤੇਰੇ ਵਰਗਾ ਦਿਮਾਗ ਹੋਵੇ ਨਾ ਤੇ ਮੈਂ ਇੱਕ ਬਹੁਤ ਚੰਗਾ ਆਦਮੀ ਬਣ ਸਕਦਾ। ਤੇ ਮੁਸਕਰਾ ਕੇ ਬਲੇਜ਼ ਪਾਸਕਲ ਨੇ ਪਤਾ ਕੀ ਜਵਾਬ ਦਿੱਤਾ? ਆਦਮੀ ਨੇ ਕਿਹਾ ਸੀ, ਜੇ ਤੇਰੇ ਵਰਗਾ ਦਿਮਾਗ ਹੋਵੇ ਤੇ ਮੈਂ ਬਹੁਤ ਚੰਗਾ ਆਦਮੀ ਬਣ ਸਕਦਾ। ਤੇ ਬਲੇਜ਼ ਪਾਸਕਲ ਨੇ ਕਿਹਾ, ਤੂੰ ਫਿਕਰ ਨਾ ਕਰ, ਤੂੰ ਚੰਗਾ ਆਦਮੀ ਬਣ ਜਾ, ਤੇਰੇ ਕੋਲ ਮੇਰੇ ਵਰਗਾ ਦਿਮਾਗ ਆਪੇ ਹੀ ਆ ਜਾਵੇਗਾ। ਸੋ ਸਾਨੂੰ ਸਮਝ ਆਈ, ਪਰਮਾਤਮਾ ਨੇ ਦਿਮਾਗ ਦਾ ਸਾਈਜ਼ ਸਾਰਿਆਂ ਵਿੱਚ ਇੱਕੋ ਜਿਹਾ ਪਾਇਆ ਹੈ। ਇਹ ਤੇ ਦਿਮਾਗ ਇਸਤੇਮਾਲ ਕਰਨ ਦੀ ਗੱਲ ਹੈ। ਕੋਈ ਚੰਗਾ ਇਸਤੇਮਾਲ ਕਰਦਾ ਹੈ ਤੇ ਕੋਈ ਕੇਵਲ ਵਿਕਾਰਾਂ 'ਚ ਹੀ ਖਚਿਤ ਰਹਿੰਦਾ ਹੈ। ਦਿਮਾਗ ਨੂੰ ਸੁਚਾਰੂ ਰੂਪ ਵਿੱਚ ਇਸਤੇਮਾਲ ਕਰੀਏ, ਪਰਮਾਤਮਾ ਦੀ ਬਾਣੀ ਨੂੰ ਸੁਣੀਏ, ਕਿਸੇ ਦੇ ਹੁਕਮ ਨੂੰ ਸੁਣੀਏ, ਦੂਸਰਿਆਂ ਨੂੰ ਸੁਣਾਈਏ ਬਾਅਦ ਚੋਂ, ਪਰ ਪਹਿਲੇ ਉਸ ਹੁਕਮ ਨੂੰ ਮੰਨ ਲਈਏ। ਆਪ ਜਪੈ ਅਵਰੈ ਨਾਮ ਜਪਾਵੈ, ਨਾਨਕ ਉਹ ਬੈਸਨੋ ਪਰਮਗਤ ਪਾਵੈ।
ਸੋ ਕੋਸ਼ਿਸ਼ ਕਰੀਏ ਚੰਗਾ ਆਦਮੀ ਬਣਨ ਦੀ। ਕਿਸੇ ਦੇ ਵੱਡੇ ਜਾਂ ਛੋਟੇ ਦਿਮਾਗ ਤੋਂ ਰੀਸ ਨਾ ਕਰੀਏ, ਕਿਉਂਕਿ ਦਿਮਾਗ ਦਾ ਸਾਈਜ਼ ਇੱਕੋ ਹੈ। ਪਰਮਾਤਮਾ ਦਾ ਹੁਕਮ ਸੁਣੀਏ, ਗੁਰੂ ਦਾ ਹੁਕਮ ਸੁਣੀਏ ਤੇ ਕਿਹੜੀ ਮੂਰਤੀ ਬਣਨਾ ਹੈ। ਹੁਕਮ ਬਾਹਰ ਕੱਢਣ ਦਾ, ਹੁਕਮ ਕਿਸੇ ਨੂੰ ਸੁਣਾਉਣ ਦਾ, ਜਾਂ ਹੁਕਮ ਹਿਰਦੇ 'ਚ ਵਸਾਉਣ ਦਾ। ਪਹਿਲਾਂ ਹੁਕਮ ਨੂੰ ਸੁਣੀਏ, ਫਿਰ ਹੁਕਮ ਨੂੰ ਹਿਰਦੇ 'ਚ ਵਸਾਈਏ, ਤਾਂ ਜਾ ਕੇ ਅਸੀਂ ਕਿਸੇ ਨੂੰ ਸੁਣਾਉਣ ਜੋਗੇ ਹੋਵਾਂਗੇ। ਨਹੀਂ ਤਾਂ ਸਾਡੇ ਸੁਣਾਉਣ ਦਾ ਅਸਰ ਵੀ ਨਹੀਂ ਹੋਏਗਾ। ਗੁਰਦੇਵ ਕਹਿੰਦੇ ਨਾ, ਜਿਸਕੇ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਸੋ ਅਸੀਂ ਸੋਚੀਏ ਅਸੀਂ ਕਿਹੜੀ ਮੂਰਤੀ ਬਣਨਾ ਹੈ। ਪਹਿਲੀ ਕੱਖ ਦੀ, ਦੂਸਰੀ ਕੁਝ ਕੀਮਤ ਦੀ, ਜਾਂ ਤੀਸਰੀ ਲੱਖ ਦੀ। ਇਹ ਫੈਸਲਾ ਮੈਂ ਤੁਹਾਡੇ ਤੇ ਛੋੜਦਾ, ਤੇ ਇਹ ਫੈਸਲਾ ਮੂਰਤੀ ਬਣਨ ਦਾ ਮੈਂ ਆਪਣੇ ਤੇ ਵੀ ਛੋੜਦਾ ਕਿ ਮੈਂ ਕਿਸ ਤਰ੍ਹਾਂ ਦੀ ਬਣਨਾ ਹੈ। ਤੁਸੀਂ ਕਿਸ ਤਰ੍ਹਾਂ ਦੀ ਬਣਨਾ ਹੈ, ਇਹ ਤੁਸੀਂ ਦੇਖਣਾ ਹੈ। ਸੋ ਵਿਊਅਰਸ, ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਅੱਜ ਦੀ ਸਟੋਰੀ, ਜਿਹੜੀ ਸਾਨੂੰ ਦੱਸਦੀ ਹੈ ਕਿ ਸਭ ਤੋਂ ਸਿਆਣਾ ਕੌਣ ਹੈ। ਜੇ ਸਟੋਰੀ ਅੱਛੀ ਲੱਗੀ ਹੋਵੇ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਤੇ ਹੋਰਾਂ ਨਾਲ ਸ਼ੇਅਰ ਜ਼ਰੂਰ ਕਰਨਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਬਟਨ ਦਬਾਉਣਾ ਨਾ ਭੁੱਲਣਾ, ਤਾਂ ਕਿ ਤੁਹਾਨੂੰ ਹੋਰ ਵੀ ਸਾਡੀ ਵੀਡੀਓਜ਼ ਟਾਈਮ ਟੂ ਟਾਈਮ ਅਪਡੇਟਸ ਮਿਲਦੀਆਂ ਰਹਿਣ। ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਵਿਰਾਮ ਦਿੰਦੇ ਹਾਂ। ਇਜਾਜ਼ਤ ਚਾਹਾਂਗੇ ਤੁਹਾਡੇ ਤੋਂ। ਫਿਰ ਹਾਜ਼ਰ ਹੋਵਾਂਗੇ ਤੁਹਾਡੇ ਵਿੱਚ ਲੈ ਕੇ ਹੋਰ ਕੋਈ ਲੈਸਨ, ਹੋਰ ਕੋਈ ਵੀਡੀਓ। ਤਾਂ ਤੱਕ ਦੇ ਲਈ ਦਿਓ ਮੈਨੂੰ ਇਜਾਜ਼ਤ। ਆਪ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸਾਰੇ ਵਿਊਅਰਸ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।